ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ, ਜਿਸ ਵਿੱਚ ਅਸੀਂ ਸੀਟੈਟ, ਪੀਟੈਟ ਔਰ ਮਾਸਟਰ ਕੇਡਰ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਵਾਉਂਦੇ ਹਾਂ। ਔਰ ਅੱਜ ਅਸੀਂ ਫਿਰ ਇੱਕ ਨਵਾਂ ਚੈਪਟਰ ਲੈ ਕੇ ਹਾਜ਼ਰ ਹੋਏ ਹਾਂ, ਜਿਸ ਵਿੱਚ ਅਸੀਂ ਸਮਾਨਤਾ ਬਾਰੇ ਪੜ੍ਹਾਂਗੇ ਜੀ। ਔਰ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਲਾਵਾ ਅਸੀਂ ਇਸ ਚੈਨਲ ਉੱਪਰ ਪੰਜਾਬ ਦੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮ ਨੇ ਉਹਨਾਂ ਦੀ ਸਭ ਦੀ ਪ੍ਰੈਪਰੇਸ਼ਨ ਇਸ ਚੈਨਲ ਉੱਪਰ ਅਸੀਂ ਕਰਾਉਂਦੇ ਹਾਂ ਜੀ। ਔਰ ਤੁਸੀਂ ਇਸ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜਿਹੜੀਆਂ ਇਸ ਤੋਂ ਪਹਿਲਾਂ ਦੀਆਂ ਵੀਡੀਓ ਨੂੰ ਦੇਖ ਸਕਦੇ ਹੋ ਜੀ। ਔਰ ਤਾਂ ਸ਼ੁਰੂ ਕਰਦੇ ਹਾਂ ਅੱਜ ਦਾ ਚੈਪਟਰ, ਜਾਣੇ ਕਿ ਸਮਾਨਤਾ ਜੀ। ਤਾਂ ਸਮਾਨਤਾ ਨੂੰ ਜਾਣਨ ਤੋਂ ਪਹਿਲਾਂ ਸਾਨੂੰ ਸਮਝਣਾ ਪਵੇਗਾ ਜੀ ਅਸਮਾਨਤਾ ਬਾਰੇ। ਔਰ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਦੇਸ਼ ਵਿੱਚ, ਸਾਡੇ ਜਿਹੜੇ ਦੁਨੀਆ ਵਿੱਚ ਜਿਹੜੀ ਅਸਮਾਨਤਾ ਫੈਲੀ ਹੋਈ ਹੈ ਜੀ ਸਾਰੇ ਪਾਸੇ। ਔਰ ਜਿਹੜਾ ਅਭੀ ਗਰੀਬ ਅਤੇ ਅਮੀਰ ਦਾ ਜਿਹੜਾ ਪਾੜਾ ਜੀ ਉਹ ਚੌੜਾ ਹੋ ਚੁੱਕਿਆ ਹੈਗਾ। ਔਰ ਅਸੀਂ ਦੇਖਦੇ ਹਾਂ ਕਿ ਦੁਨੀਆ ਦੇ ਜਿਹੜੇ 50 ਸਭ ਤੋਂ ਅਮੀਰ ਲੋਕ ਨੇ ਜੀ, ਜਿਹੜੇ ਦੁਨੀਆ ਦੇ 50 ਸਭ ਤੋਂ ਅਮੀਰ ਲੋਕ ਨੇ, ਉਹਨਾਂ ਦੇ ਕੋਲ ਜਿਹੜੀ ਆਮਦਨ ਹੈਗੀ ਹੈ ਜੀ ਉਹ 40 ਕਰੋੜ ਜਿਹੜੇ ਗਰੀਬ ਲੋਕਾਂ ਦੇ ਬਰਾਬਰ ਜਿਹੜੀ ਆਮਦਨ ਹੈਗੀ ਹੈ ਜੀ ਉਹਨਾਂ ਕੇਵਲ 50 ਲੋਕਾਂ ਕੋਲ। ਔਰ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਜਿਹੜੀ ਅਮੀਰ ਅਤੇ ਗਰੀਬ ਦਾ ਪਾੜਾ ਜੀ ਇੰਨਾ ਚੌੜਾ ਜੀ। ਔਰ ਇਸ ਤੋਂ ਇਲਾਵਾ ਦੁਨੀਆ ਦੇ 40% ਗਰੀਬ ਜਨਸੰਖਿਆ ਜਿਹਨਾਂ ਉਹਨਾਂ ਦੀ ਕੁੱਲ ਆਮਦਨ ਦਾ ਜਿਹੜਾ ਕੇਵਲ 5% ਹਿੱਸਾ ਹੈਗਾ ਜੀ। ਜੇਕਰ ਅਸੀਂ ਗੱਲ ਕਰੀਏ 10% ਉਹਨਾਂ ਅਮੀਰ ਲੋਕਾਂ ਦੀ, ਤਾਂ ਉਹਨਾਂ ਦੀ ਆਮਦਨ ਜਿਹੜੀ 54% ਹੈਗੀ ਹੈ ਜੀ ਕੁੱਲ ਆਮਦਨ ਦਾ। ਤਾਂ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਗਰੀਬ ਅਤੇ ਅਮੀਰਾਂ ਦੇ ਵਿੱਚ ਕਿੰਨਾ ਜਿਹੜਾ ਫਰਕ ਹੈਗਾ ਜੀ ਉਹਨਾਂ ਦੀ ਆਮਦਨ ਵਿੱਚ। ਔਰ ਇਸ ਤੋਂ ਇਲਾਵਾ ਦੇ ਦੇਸ਼, ਉਹਨਾਂ ਨੇ ਜਿਹੜੇ ਉਹਨਾਂ ਦੀ ਆਬਾਦੀ ਨਹੀਂ ਜੀ, ਉਹਨਾਂ ਦੀ 25% ਆਬਾਦੀ ਹੈਗੀ ਹੈ ਜੀ ਸਾਰੀ ਦੁਨੀਆ ਵਿੱਚ। ਔਰ ਜੋ ਕਿ ਜਿਹੜੇ 86% ਜਿਹੜੇ ਉਦਯੋਗ ਇਹਨਾਂ ਦੇ ਕੋਲ ਹੀ ਨੇਗੇ। ਔਰ ਇਸ ਤੋਂ ਇਲਾਵਾ ਜਿਹੜੇ 80% ਜਿਹੜੇ ਊਰਜਾ ਦਾ ਜਿਹੜੀ ਖਪਤ ਕਰਦੇ ਨੇ ਜੀ ਉਹ ਇਹੀ ਦੇਸ਼ ਕਰਦੇ ਨੇ ਜੀ, ਜਿਹੜੇ ਦੁਨੀਆ ਦੇ 25% ਲੋਕ ਨੇ। ਔਰ ਇਸ ਤੋਂ ਇਲਾਵਾ ਜਿਹੜੇ ਉਦਯੋਗਿਕ ਦੇਸ਼ ਔਰ ਵਿਕਸਿਤ ਦੇਸ਼ ਔਰ ਵਿਕਾਸਸ਼ੀਲ ਦੇਸ਼ਾਂ ਦੀ ਜੇਕਰ ਤੁਲਨਾ ਕਰੀਏ, ਤਾਂ ਵਿਕਸਿਤ ਦੇਸ਼ਾਂ ਦੇ ਲੋਕ ਜਿਹੜੇ 3 ਗੁਣਾ ਜਿਹੜੇ ਪਾਣੀ ਦੀ ਵਰਤੋਂ ਕਰਦੇ ਨੇ ਜੀ ਅਧਿਕ ਕਰਦੇ ਨੇ। ਔਰ ਇਸ ਤੋਂ ਇਲਾਵਾ 10 ਗੁਣਾ ਊਰਜਾ ਦੀ ਖਪਤ ਕਰਦੇ ਨੇ ਜੀ ਵੱਧ ਵਿਕਾਸਸ਼ੀਲ ਦੇਸ਼ਾਂ ਨਾਲੋਂ। ਔਰ ਇਸ ਤੋਂ ਇਲਾਵਾ 13 ਗੁਣਾ ਲੋਹਾ ਅਤੇ ਇਸਪਾਤ ਦੇ ਜਿੰਨੇ ਵੀ ਇਸਪਾਤ ਦੇ ਪਦਾਰਥ ਨੇ, ਠੀਕ ਹੈ ਜੀ, ਤਾਂ 13 ਗੁਣਾ ਜਿਹੜੇ ਜ਼ਿਆਦਾ ਇਸਤੇਮਾਲ ਕਰਦੇ ਨੇ ਉਹਨਾਂ ਦਾ ਜੀ। ਔਰ ਇਸ ਤੋਂ ਇਲਾਵਾ 14 ਗੁਣਾ ਜ਼ਿਆਦਾ ਕਾਗਜ਼ ਦਾ ਜਿਹੜਾ ਉਪਯੋਗ ਕਰਦੇ ਨੇ ਜੀ ਵਿਕਸਿਤ ਦੇਸ਼ਾਂ ਦੇ ਲੋਕ। ਤਾਂ ਹੁਣ ਅਸੀਂ ਦੇਖਦੇ ਹਾਂ ਕਿ ਸਮਾਨਤਾ ਅਕਸਰ ਕੀ ਹੁੰਦੀ ਹੈ ਜੀ। ਤਾਂ ਸਮਾਨਤਾ ਦੇ ਅਰਥ ਔਰ ਅਸੀਂ ਪਰਿਭਾਸ਼ਾਵਾਂ ਬਾਰੇ ਦੇਖਾਂਗੇ ਜੀ ਹੁਣ ਅਸੀਂ। ਤਾਂ ਸਮਾਨਤਾ ਜਿਹੜਾ ਸ਼ਬਦ ਜੀ ਉਹ ਅਮਰੀਕਾ ਦੀ ਜਿਹੜੀ ਸੁਤੰਤਰਤਾ ਹੋਈ ਸੀ ਜੀ, ਅਮਰੀਕਾ ਜਦੋਂ ਆਜ਼ਾਦ ਹੋਇਆ ਜੀ 1776 ਈਸਵੀ ਵਿੱਚ, ਤਾਂ ਉਸ ਸਮੇਂ ਜਿਹੜਾ ਸਮਾਨਤਾ ਦਾ ਜਿਹੜਾ ਕਨਸੈਪਟ ਉੱਭਰ ਕੇ ਸਾਹਮਣੇ ਆਇਆ ਜੀ। ਔਰ ਇਸ ਤੋਂ ਇਲਾਵਾ ਫਰਾਂਸ ਦੀ ਜਿਹੜੀ ਸੁਤੰਤਰਤਾ ਹੋਈ ਸੀ ਜੀ, ਜਿਸ ਵਿੱਚ ਮਨੁੱਖੀ ਅਧਿਕਾਰ ਘੋਸ਼ਣਾ ਪੱਤਰ ਵਿੱਚ ਕਿਹਾ ਗਿਆ ਕਿ ਜਿਹੜੀ ਮਨੁੱਖ ਦੀ ਸੁਤੰਤਰਤਾ, ਮਨੁੱਖ ਜਿਹੜਾ ਸੁਤੰਤਰ ਅਤੇ ਸਮਾਨ ਹੁੰਦਾ ਹੈਗਾ ਜੀ, ਪੈਦਾ ਹੁੰਦਾ ਹੈਗਾ ਔਰ ਆਪਣੇ ਅਧਿਕਾਰਾਂ ਅਤੇ ਵਿਸ਼ੇ ਵਿੱਚ ਵੀ ਜਿਹੜਾ ਸੁਤੰਤਰ ਅਤੇ ਸਮਾਨ ਹੁੰਦੇ ਨੇ ਜੀ। ਤਾਂ ਇਸ ਤੋਂ ਇਲਾਵਾ 1688 ਦੀ ਜਿਹੜੀ ਇੰਗਲੈਂਡ ਦੀ ਜਿਹੜੀ ਸੁਨਹਿਰੀ ਕ੍ਰਾਂਤੀ ਸੀ ਜੀ, ਇਸ ਵਿੱਚ ਵੀ ਜਿਹੜਾ ਸਮਾਨਤਾ ਦਾ ਜਿਹੜਾ ਕਨਸੈਪਟ ਜਿਹੜਾ ਉੱਪਰ ਕੇ ਸਾਹਮਣੇ ਆਇਆ ਜੀ। ਔਰ ਇਸ ਤੋਂ ਇਲਾਵਾ ਜੇਕਰ ਅਸੀਂ ਇਤਿਹਾਸ ਵੱਲ ਨਿਗਾਹ ਮਾਰੀਏ, ਤਾਂ ਜਿਹੜੇ ਯੂਨਾਨ ਦੇ ਜਿਹੜੇ ਦਾਰਸ਼ਨਿਕ ਨੇ ਜੀ, ਸਭ ਤੋਂ ਜ਼ਿਆਦਾ ਮਸ਼ਹੂਰ ਦਾਰਸ਼ਨਿਕ ਹੋਏ ਨੇ ਪਲੈਟੋ ਅਤੇ ਅਰਸਤੂ, ਜਿਹੜੇ ਕਿ ਅਸਮਾਨਤਾ ਦੇ ਸਮਰਥਕ ਸਨ ਜੀ। ਔਰ ਬਾਅਦ ਵਿੱਚ ਜਿਹੜੇ ਰਚਨਕਾਰ ਆਏ ਜੀ, ਜਿਹੜੇ ਸੋਫਿਸਟ ਔਰ ਸਟੋਇਕ, ਜਿਨ੍ਹਾਂ ਨੇ ਜਿਹੜਾ ਸਮਾਨਤਾ ਦਾ ਜਿਹੜਾ ਕਨਸੈਪਟ ਦਿੱਤਾ ਲੋਕਾਂ ਨੂੰ ਜੀ। ਤਾਂ ਜਿਵੇਂ ਤੁਸੀਂ ਦੇਖੋਗੇ ਇਹ ਪਲੈਟੋ ਅਤੇ ਅਰਸਤੂ ਕਹਿੰਦੇ ਸਨ ਕਿ ਮਨੁੱਖੀ ਜਾਤੀ ਜਿਹੜੀ ਹੈ ਜੀ ਉਹ 3 ਵਰਗਾਂ ਵਿੱਚ ਉਹਨੇ ਵੰਡੀ ਸੀ ਜੀ। ਜਿਵੇਂ ਸਭ ਤੋਂ ਅਮੀਰ ਲੋਕ ਸੋਨੇ ਦੇ ਸਨ ਜੀ। ਔਰ ਉਸ ਤੋਂ ਬਾਅਦ ਜਿਹੜੇ ਮੀਡੀਅਮ ਲੋਕਾਂ ਨੂੰ ਉਸਨੇ ਚਾਂਦੀ ਕਿਹਾ ਜੀ। ਔਰ ਜਿਹੜੇ ਲੋਹੇ ਦੇ ਸਨ ਉਹਨਾਂ ਨੂੰ ਗਰੀਬ ਲੋਕ ਕਿਹਾ ਜੀ। ਜਿਨ੍ਹਾਂ ਨੇ ਗਰੀਬ ਲੋਕ ਸਨ ਉਸ ਨੂੰ ਲੋਹਾ ਕਿਹਾ ਗਿਆ ਜੀ ਪਲੈਟੋ ਦੇ ਅਨੁਸਾਰ। ਔਰ ਇਸ ਤੋਂ ਇਲਾਵਾ ਅਰਸਤੂ ਕਹਿੰਦੇ ਸੀ ਕਿ ਸਮਾਜ ਦੇ ਵਿੱਚ ਦਾਸ ਪ੍ਰਥਾ ਨੂੰ ਜਿਹੜੀ ਮਾਨਤਾ ਮਿਲਣੀ ਚਾਹੀਦੀ ਹੈ ਜੀ, ਦਾਸ ਪ੍ਰਥਾ। ਤਾਂ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਇਤਿਹਾਸ ਵਿੱਚ ਜਿਹੜੇ ਉੱਪਰ ਕੇ ਸਾਹਮਣੇ ਆਇਆ ਜੀ ਦੁਨੀਆ ਸਾਹਮਣੇ। ਔਰ ਅੱਜ ਵੀ ਜਿਹੜੀ ਅਸਮਾਨਤਾ ਜਿਹੜੀ ਫੈਲੀ ਹੋਈ ਹੈ ਸਮਾਜ ਦੇ ਵਿੱਚ ਜੀ, ਤਾਂ ਇਹਨਾਂ ਦੋ ਪਰਿਭਾਸ਼ਕਾਰਾਂ ਦੇ ਇਹਨਾਂ ਦੇ ਅਨੁਸਾਰ ਅਸੀਂ ਦੇਖਦੇ ਹਾਂ ਕਿ ਇਹਨਾਂ ਨੇ ਸਮਾਨਤਾ ਬਾਰੇ ਕੀ ਕਿਹਾ ਜੀ। ਤਾਂ ਸਭ ਤੋਂ ਪਹਿਲਾਂ ਪ੍ਰੋਫੈਸਰ ਲਾਸਕੀ ਕਹਿੰਦੇ ਨੇ ਕਿ ਨਾਗਰਿਕ ਹੋਣ ਦੇ ਨਾਤੇ ਜਿਹੜੇ ਅਧਿਕਾਰ ਹੋਰ ਵਿਅਕਤੀ ਨੂੰ ਮਿਲੇ ਹਨ
ਉਹੀ ਅਧਿਕਾਰ ਉਸੇ ਰੂਪ ਵਿੱਚ ਉਸੇ ਸੀਮਾ ਤੱਕ ਮੈਨੂੰ ਵੀ ਮਿਲਣੇ ਚਾਹੀਦੇ ਨੇ। ਤਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜਿਹੜੇ ਵਧੀਆ ਵਿਚਾਰ ਇਹਨਾਂ ਦੇ ਸਨ ਪ੍ਰੋਫੈਸਰ ਲਾਸਕੀ ਨੇ ਦਿੱਤੇ ਜੀ ਸਮਾਨਤਾ ਬਾਰੇ। ਔਰ ਇਸ ਤੋਂ ਇਲਾਵਾ ਡੀ ਰਫੀਲ ਆਖਦੇ ਨੇ ਕਿ ਸਮਾਨਤਾ ਦਾ ਅਧਿਕਾਰ ਦਾ ਅਰਥ ਹੈਗਾ ਜੀ ਮਨੁੱਖ ਦੀਆਂ ਬੁਨਿਆਦੀ ਸ਼ਰਤਾਂ, ਜਿਹੜੀਆਂ ਬੁਨਿਆਦੀ ਜ਼ਰੂਰਤਾਂ ਜੀ, ਰੋਟੀ ਕੱਪੜਾ ਮਕਾਨ, ਉਹਨਾਂ ਦੀ ਪੂਰਤੀ ਦਾ ਅਧਿਕਾਰ ਹੈਗਾ ਜੀ। ਔਰ ਇਸ ਤੋਂ ਇਲਾਵਾ ਇਸ ਵਿੱਚ ਵਿਕਾਸ ਦੀਆਂ ਜ਼ਰੂਰਤਾਂ ਅਤੇ ਮਨੁੱਖ ਪ੍ਰਯੋਗ ਜਿਹੜੇ ਮਨੁੱਖੀ ਸਮਰੱਥਾਵਾਂ ਦੇ ਪ੍ਰਯੋਗਾਂ ਦੀਆਂ ਜ਼ਰੂਰਤਾਂ ਜੀ ਵੀ ਸ਼ਾਮਿਲ ਨੇ ਜੀ। ਔਰ ਇਸ ਤੋਂ ਇਲਾਵਾ ਜੇਕਰ ਅਸੀਂ ਸਮਾਨਤਾਵਾਂ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜੀ ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ, ਕਿ ਸਮਾਨਤਾ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਵਿਸ਼ੇਸ਼ ਅਧਿਕਾਰ ਜਿਹੜੇ ਨਹੀਂ ਮਿਲੇ ਹੁੰਦੇ ਜੀ। ਪਰ ਜੇਕਰ ਅਸੀਂ ਗੱਲ ਕਰੀਏ ਪਛੜੀਆਂ ਸ਼੍ਰੇਣੀਆਂ ਦੀ, ਪਰ ਉਹਨਾਂ ਨੂੰ ਕੁਝ ਥੋੜ੍ਹੇ ਵਿਸ਼ੇਸ਼ ਅਧਿਕਾਰ ਮਿਲੇ ਹੁੰਦੇ ਨੇ ਜਿਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਨਹੀਂ ਕਿਹਾ ਜਾ ਸਕਦਾ, ਕਿਉਂਕਿ ਕਿਸੇ ਗਰੀਬ ਵਿਅਕਤੀ ਨੂੰ ਇੱਕ ਉਸਨੂੰ ਉਸਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ, ਅਸੀਂ ਉਸਨੂੰ ਵਿਸ਼ੇਸ਼ ਅਧਿਕਾਰ ਨਹੀਂ ਕਹਿ ਸਕਦੇ ਜੀ। ਤਾਂ ਇਸ ਵਿੱਚ ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ ਤੋਂ ਉਸ ਅਧਿਕਾਰਾਂ ਤੋਂ ਲਿਆ ਗਿਆ ਜੀ ਕਿ ਜਿਸ ਵਿੱਚ ਅਮੀਰਾਂ ਨੂੰ ਜ਼ਿਆਦਾ ਮੌਕੇ ਮਿਲਦੇ ਹਨ, ਜਿਵੇਂ ਕਿ ਔਰ ਗਰੀਬਾਂ ਨੂੰ ਘੱਟ ਮੌਕੇ ਮਿਲਦੇ ਹਨ। ਤਾਂ ਜਿਹੜੇ ਅਮੀਰਾਂ ਨੂੰ ਜ਼ਿਆਦਾ ਪਹਿਲ ਦਿੱਤੀ ਜਾਂਦੀ ਹੈ, ਜਿਵੇਂ ਤੁਸੀਂ ਨੈਪੋਟਿਜ਼ਮ ਦੇਖ ਲਓ ਜੀ, ਤਾਂ ਨੈਪੋਟਿਜ਼ਮ ਦੇ ਵਿੱਚ ਵੀ ਜਿਹੜਾ ਵਿਸ਼ੇਸ਼ ਅਧਿਕਾਰ ਉਹਨਾਂ ਨੂੰ ਮਿਲਦੇ ਆ ਜੀ, ਅਮੀਰ ਲੋਕਾਂ ਨੂੰ, ਤਾਂ ਉਸ ਨੂੰ ਕਿਹਾ ਗਿਆ ਜੀ ਵਿਸ਼ੇਸ਼ ਅਧਿਕਾਰ। ਤਾਂ ਇਸ ਤੋਂ ਇਲਾਵਾ ਨਿਰੰਕੁਸ਼ ਸਮਾਨਤਾ ਨਹੀਂ, ਇਸ ਕਿ ਸਮਾਨਤਾ ਦਾ ਮਤਲਬ ਨਿਰੰਕੁਸ਼ ਸਮਾਨਤਾ ਨਹੀਂ ਕਿ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਕੋਈ ਵੀ ਕਰ ਸਕਦਾ ਹੋਵੇ ਔਰ ਕਿਸੇ ਦੀ ਵੀ ਜਾਨ ਲੈ ਸਕਦਾ ਹੋਵੇ ਜੀ, ਔਰ ਕਿਸੇ ਨੂੰ ਵੀ ਕਿਸੇ ਦਾ ਵੀ ਹੱਕ ਮਾਰ ਸਕਦਾ ਹੋਵੇ ਜੀ। ਇਸ ਤਰ੍ਹਾਂ ਦੀ ਸਮਾਨਤਾ ਦੀ ਗੱਲ ਨਹੀਂ ਕੀਤੀ ਗਈ ਇਸ ਵਿੱਚ। ਔਰ ਇਸ ਤੋਂ ਇਲਾਵਾ ਸਭ ਲਈ ਵਧੇਰੇ ਮੌਕੇ, ਜਿਸ ਸਮਾਨਤਾ ਤੋਂ ਭਾਵ ਕਿ ਸਭ ਲਈ ਜਿਹੜੇ ਵਧੇਰੇ ਮੌਕੇ ਹੋਣ ਜੀ, ਜਿਵੇਂ ਕਿ ਗਰੀਬ ਲੋਕਾਂ ਨੂੰ ਵੀ ਵਧੇਰੇ ਮੌਕੇ ਮਿਲਣ ਤਾਂ ਕਿ ਉਹ ਆਪਣੇ ਬੁਨਿਆਦੀ ਜ਼ਰੂਰਤਾਂ ਨੂੰ ਪੂਰੀਆਂ ਕਰ ਸਕਣ ਜੀ। ਔਰ ਇਸ ਤੋਂ ਇਲਾਵਾ ਬੁਨਿਆਦੀ ਲੋੜਾਂ ਦੀ ਸਮਾਨ ਜਿਹੜੀ ਸੰਤੁਸ਼ਟੀ, ਔਰ ਜਿਸ ਵਿੱਚ ਕਿ ਹਰ ਇੱਕ ਗਰੀਬ ਲੋਕ ਨੂੰ ਬੁਨਿਆਦੀ ਲੋੜਾਂ ਉਸਦੀਆਂ ਪੂਰੀਆਂ ਹੋਣ ਜੀ, ਉਸਨੂੰ 3 ਟਾਈਮ ਦੀ ਰੋਟੀ ਮਿਲੇ ਜੀ, ਔਰ ਖਾਣ ਲਈ ਜਿਹੜਾ ਭੋਜਨ ਮਿਲੇ ਅਤੇ ਔਰ ਪਹਿਨਣ ਲਈ ਕੱਪੜੇ ਮਿਲਣ। ਤਾਂ ਇਸ ਤਰ੍ਹਾਂ ਉਸਦੀਆਂ ਬੁਨਿਆਦੀ ਲੋੜਾਂ ਦੀ ਬੁਨਿਆਦੀ ਲੋੜਾਂ ਪੂਰੀਆਂ ਹੋ ਸਕਣ, ਉਸ ਨੂੰ ਹੀ ਸਮਾਨਤਾ ਕਿਹਾ ਗਿਆ ਜੀ। ਔਰ ਇਸ ਤੋਂ ਇਲਾਵਾ ਸਮਾਨ ਅਧਿਕਾਰ ਮਿਲਣੇ ਚਾਹੀਦੇ ਜੀ ਹਰੇਕ ਵਿਅਕਤੀ ਨੂੰ, ਅਮੀਰ ਅਤੇ ਗਰੀਬ ਵਿਅਕਤੀ ਵਿੱਚ ਕਿਸੇ ਵੀ ਜਾਤ, ਧਰਮ, ਲਿੰਗ ਭੇਦਭਾਵ ਦੇ ਆਧਾਰ 'ਤੇ ਕਿਸੇ ਵੀ ਵਿਅਕਤੀ ਨੂੰ ਅਸਮਾਨ ਅਧਿਕਾਰ ਨਹੀਂ ਮਿਲਣੇ ਚਾਹੀਦੇ ਜੀ, ਸਭ ਨੂੰ ਸਮਾਨ ਅਧਿਕਾਰ ਮਿਲਣੇ ਚਾਹੀਦੇ ਹੈ ਕਿ। ਔਰ ਇਸ ਤੋਂ ਇਲਾਵਾ ਸੁਰੱਖਿਅਤ ਭੇਦਭਾਵ ਦੀ ਵਿਆਖਿਆ, ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜਿਹੜੇ ਵਿਸ਼ੇਸ਼ ਅਧਿਕਾਰ ਉਹਨਾਂ ਨੂੰ ਕਿਹਾ ਗਿਆ ਕਿ ਜਿਸ ਵਿੱਚ ਨੈਪੋਟਿਜ਼ਮ ਨੂੰ ਜ਼ਿਆਦਾ ਪਹਿਲ ਮਿਲਦੀ ਹੈ ਜੀ, ਭਾਈ ਭਤੀਜਾਵਾਦ ਨੂੰ, ਕਿ ਅਮੀਰਾਂ ਨੂੰ ਜਲਦੀ ਮੌਕੇ ਮਿਲਦਾ ਜੀ ਅੱਗੇ ਵਧਣ ਦੇ। ਔਰ ਤਾਂ ਇਸ ਵਿੱਚ ਕਿਹਾ ਗਿਆ ਕਿ ਸੁਰੱਖਿਅਤ ਭੇਦਭਾਵ ਦੀ ਵਿਆਖਿਆ ਕਰਨੀ, ਕਿ ਜਿਸ ਵਿੱਚ ਜਿਹੜੇ ਗਰੀਬ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਮਿਲਦੇ ਨੇ ਕਿ ਉਹ ਵੀ ਅੱਗੇ ਆ ਸਕਣ ਜੀ, ਉਹ ਵੀ ਆਪਣੀ ਬੁਨਿਆਦੀ ਜ਼ਰੂਰਤਾਂ ਨੂੰ ਪੂਰੀਆਂ ਕਰ ਸਕਣ। ਇਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਵਿਸ਼ੇਸ਼ ਅਧਿਕਾਰਾਂ ਦੀ ਸਹੀ ਵਿਆਖਿਆ ਨੂੰ ਉਸ ਨੂੰ ਕਹਿੰਦੇ ਸਮਾਨਤਾ ਜੀ। ਤਾਂ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਸਮਾਨਤਾ ਦੀਆਂ ਕਿਸਮਾਂ। ਤਾਂ ਇਸ ਵਿੱਚ ਪ੍ਰਕਿਰਤੀ ਦੀ ਸਮਾਨਤਾ, ਯਾਨੀ ਕਿ ਨੈਚੁਰਲ ਇਕੁਐਲਿਟੀ, ਕਿ ਜਿਵੇਂ ਕੁਦਰਤ ਨੇ ਸਭ ਲੋਕਾਂ ਨੂੰ ਸਮਾਨ ਅਧਿਕਾਰ ਦਿੱਤਾ ਜੀ। ਜਿਵੇਂ ਤੁਸੀਂ ਕਿਸੇ ਪੌਦੇ ਤੋਂ ਫਲ ਤੋੜਦੇ ਹੋ ਤਾਂ ਉਹ ਇਹ ਨਹੀਂ ਕਹਿੰਦਾ ਕਿ ਤੁਸੀਂ ਗਰੀਬ ਹੋ ਜਾਂ ਤੁਸੀਂ ਅਮੀਰ ਹੋ, ਮੈਂ ਤੁਹਾਨੂੰ ਫਲ ਨਹੀਂ ਦੇਵਾਂਗਾ। ਇਸ ਤਰ੍ਹਾਂ ਦੀ ਕੋਈ ਨੇਚਰ ਆ ਉਸਨੇ ਸਭ ਨੂੰ ਸਮਾਨ ਅਧਿਕਾਰ ਦਿੱਤੇ ਜੀ, ਸਭ ਲੋਕਾਂ ਨੂੰ, ਕੋਈ ਵੀ ਉਸ ਤੋਂ ਫਲ ਲੈ ਸਕਦਾ ਜੀ ਔਰ ਫਲ ਤੋੜ ਕੇ ਖਾ ਸਕਦਾ ਜੀ। ਤਾਂ ਇਸੇ ਤਰ੍ਹਾਂ ਸਮਾਜ ਦੇ ਵਿੱਚ ਪ੍ਰਕਿਰਤੀ ਨੇ ਵੀ ਪ੍ਰਕਿਰਤੀ ਵਿੱਚ ਹਰੇਕ ਵਿਅਕਤੀ ਨੂੰ ਸਮਾਨਤਾ ਮਿਲੀ ਹੈ ਜੀ ਕਿ ਉਹ ਵੀ ਆਪਣੇ ਬੁਨਿਆਦੀ ਜ਼ਰੂਰਤਾਂ ਨੂੰ ਪੂਰੀਆਂ ਕਰ ਸਕਦਾ ਜੀ। ਉਹ ਨੇਚਰ ਤੋਂ, ਯਾਨੀ ਕਿ ਐਨਵਾਇਰਨਮੈਂਟ ਤੋਂ ਭੋਜਨ ਪ੍ਰਾਪਤ ਕਰ ਸਕਦਾ ਜੀ, ਦਰਖਤਾਂ ਉੱਪਰੋਂ, ਔਰ ਹੋਰ ਵੀ ਜਿੰਨੇ ਵੀ ਨੇਚਰ ਨਾਲ ਸੰਬੰਧਿਤ ਸਾਹ ਲੈ ਸਕਦਾ ਜੀ, ਪਾਣੀ ਪੀ ਸਕਦਾ ਜੀ ਨੇਚਰ ਤੋਂ। ਤਾਂ ਇਸ ਤਰ੍ਹਾਂ ਜਿਹੜੀ ਪ੍ਰਕਿਰਤੀ ਦੀ ਸਮਾਨਤਾ ਮਿਲੀ ਹੋਈ ਹੈ ਜੀ ਹਰੇਕ ਵਿਅਕਤੀ ਨੂੰ। ਔਰ ਇਸ ਤੋਂ ਇਲਾਵਾ ਨਾਗਰਿਕ ਸਮਾਨਤਾ ਤੋਂ ਭਾਵ ਕਿ ਹਰ ਵਿਅਕਤੀ ਕੋਲ ਉਸ ਨੂੰ ਜਿਉਣ ਦਾ ਅਧਿਕਾਰ ਹੈਗਾ ਜੀ। ਔਰ ਆਰਟੀਕਲ 21 ਦੇ ਵਿੱਚ ਵੀ ਸੰਵਿਧਾਨ ਦੇ ਸਮਾਨਤਾ ਦੀ ਗੱਲ ਕੀਤੀ ਗਈ ਹੈ ਜੀ, ਔਰ ਜਿਸ ਵਿੱਚ ਨਾਗਰਿਕ ਸਮਾਨਤਾ ਦੀ ਗੱਲ ਕੀਤੀ ਗਈ ਹੈਗੀ ਆ। ਔਰ ਇਸ ਤੋਂ ਇਲਾਵਾ ਕੋਈ ਵੀ ਸਮਾਜ ਮਨੁੱਖੀ ਸੁਤੰਤਰਤਾ ਔਰ ਸਮਾਨਤਾ ਦਾ ਉਸਦਾ ਹੱਕ ਹੋਣ ਤੋਂ ਨਹੀਂ ਰੋਕ ਸਕਦਾ ਜੀ ਕੋਈ ਵੀ ਸਮਾਜ ਦੇ ਵਿੱਚ। ਔਰ ਜੇਕਰ ਕਿਸੇ ਵਿਅਕਤੀ ਦਾ ਉਸ ਨੂੰ ਸਮਾਨਤਾ ਨਹੀਂ ਮਿਲਦੀ ਤਾਂ ਉਹ
ਜਿਹੜਾ ਅਦਾਲਤਾਂ ਦਾ ਦਰਵਾਜ਼ਾ ਖੜਕਾ ਸਕਦਾ ਹੈਗਾ ਜੀ। ਔਰ ਇਸ ਤੋਂ ਇਲਾਵਾ ਰਾਜਨੀਤਿਕ ਸਮਾਨਤਾ ਕਿ ਜਿਸ ਵਿੱਚ ਕਿ ਹਰੇਕ ਵਿਅਕਤੀ ਨੂੰ ਬਾਲਗ ਅਧਿਕਾਰ ਜਿਹੜਾ ਬਾਲਗ ਹੈਗਾ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ ਜੀ। ਔਰ ਉਹ ਆਪਣੀ ਮਰਜ਼ੀ ਨਾਲ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੋ ਸਕਦਾ ਹੈਗਾ ਜੀ, ਕਿਸੇ ਵੀ ਸੰਸਥਾ ਵਿੱਚ ਸ਼ਾਮਲ ਹੋ ਸਕਦਾ ਹੈਗਾ ਜੀ, ਕਿਸੇ ਵੀ ਦਬਾਅ ਸਮੂਹ ਵਿੱਚ ਸ਼ਾਮਲ ਹੋ ਸਕਦਾ ਜੀ। ਔਰ ਆਪਣੇ 18 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਵੋਟ ਪਾ ਸਕਦਾ ਜੀ। ਔਰ ਇਸ ਤਰ੍ਹਾਂ ਜਿਹੜੀ ਰਾਜਨੀਤਿਕ ਸਮਾਨਤਾ ਮਿਲੀ ਹੋਈ ਹੈ ਜੀ ਸਭ ਨੂੰ। ਔਰ ਇਸ ਤੋਂ ਇਲਾਵਾ ਆਰਥਿਕ ਸਮਾਨਤਾ ਕਿ ਜਿਸ ਵਿੱਚ ਹਰ ਇੱਕ ਵਿਅਕਤੀ ਦੀਆਂ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਹੋ ਸਕਣ, ਉਸ ਨੂੰ ਆਰਥਿਕ ਸਮਾਨਤਾ ਕਿਹਾ ਗਿਆ ਜੀ। ਔਰ ਇਸ ਤੋਂ ਇਲਾਵਾ ਕਾਨੂੰਨ ਦੇ ਸਾਹਮਣੇ ਸਮਾਨਤਾ ਕਿ ਜਿਸ ਵਿੱਚ ਹਰ ਇੱਕ ਵਿਅਕਤੀ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਹੋਵੇ ਜੀ। ਔਰ ਕਿਸੇ ਵੀ ਅਮੀਰੀ ਜਾਂ ਗਰੀਬੀ ਤੋਂ ਜਾਂ ਕਿਸੇ ਲਿੰਗ ਭੇਦਭਾਵ ਦੇ ਆਧਾਰ 'ਤੇ, ਕਿਸੇ ਵੀ ਜਾਤ ਪਾਤ ਦੇ ਆਧਾਰ 'ਤੇ ਜਿਹੜਾ ਕਾਨੂੰਨ ਦੇ ਸਾਹਮਣੇ ਜਿਹੜਾ ਸਭ ਸਮਾਨ ਨੇ ਜੀ। ਤਾਂ ਕਾਨੂੰਨ ਕਿਸੇ ਵੀ ਕਾਨੂੰਨ ਤੋਂ ਉੱਪਰ ਕੋਈ ਵੀ ਨਹੀਂ ਹੈਗੀ ਜੀ। ਔਰ ਜਿਵੇਂ ਕਿ ਇੰਗਲੈਂਡ ਦੇ ਵਿੱਚ ਜਿਹੜਾ ਰਾਜਾ ਉਹ ਕਾਨੂੰਨ ਤੋਂ ਉੱਪਰ ਹੈਗਾ ਜੀ। ਔਰ ਇੰਗਲੈਂਡ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਤੋਂ ਲੈ ਕੇ ਆਮ ਵਿਅਕਤੀ ਤੱਕ ਸਭ ਨੂੰ ਸਮਾਨ ਅਧਿਕਾਰ ਮਿਲੇ ਨੇ ਜੀ। ਔਰ ਕੋਈ ਵੀ ਕਿਸੇ ਵੀ ਕਾਨੂੰਨ ਦੇ ਜੇਕਰ ਉਸ ਦੇ ਉੱਪਰ ਕੇਸ ਹੁੰਦਾ ਜੀ ਪ੍ਰਧਾਨ ਮੰਤਰੀ ਕੋਲ, ਚਾਹੇ ਆਮ ਆਦਮੀ ਉੱਪਰ, ਤਾਂ ਸਭ ਨੂੰ ਸਮਾਨ ਉਸੇ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ ਜੀ, ਉਸੇ ਕਾਨੂੰਨੀ ਪ੍ਰਕਿਰਿਆ ਵਿੱਚੋਂ। ਔਰ ਇਸ ਤਰ੍ਹਾਂ ਹਰ ਇੱਕ ਵਿਅਕਤੀ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਮਿਲਣੀ ਚਾਹੀਦੀ ਹੈ ਜੀ, ਉਸ ਇੰਗਲੈਂਡ ਦੇ ਸੰਵਿਧਾਨ ਵਾਂਗ। ਪਰ ਰਾਜਾ ਨੂੰ ਕੁਝ ਵਿਸ਼ੇਸ਼ ਅਧਿਕਾਰ ਮਿਲੇ ਜੀ। ਰਾਜੇ ਨੂੰ ਛੱਡ ਕੇ ਸਭ ਨੂੰ ਸਮਾਨ ਅਧਿਕਾਰ ਮਿਲੇ ਜੀ, ਚਾਹੇ ਉਹ ਪ੍ਰਧਾਨ ਮੰਤਰੀ ਹੋਵੇ, ਚਾਹੇ ਉਹ ਕਿਸੇ ਵੀ ਸਰਕਾਰ ਦਾ ਨੁਮਾਇੰਦਾ ਹੋਵੇ ਜੀ, ਚਾਹੇ ਉਹ ਆਮ ਆਦਮੀ ਹੋਵੇ। ਤਾਂ ਇਸ ਤਰ੍ਹਾਂ ਕਾਨੂੰਨ ਦੇ ਸਾਹਮਣੇ ਵੀ ਸਭ ਨੂੰ ਸਮਾਨ ਅਧਿਕਾਰ ਮਿਲਣੇ ਚਾਹੀਦੇ ਨੇ। ਤਾਂ ਅੱਜ ਦਾ ਚੈਪਟਰ ਅਸੀਂ ਸਮਾਪਤ ਕਰਦੇ ਹਾਂ ਜੀ। ਉਮੀਦ ਕਰਦੇ ਹਾਂ ਤੁਸੀਂ ਸਾਡੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ ਜੀ। ਔਰ ਅੱਗੇ ਸ਼ੇਅਰ ਕਰੋ ਜੀ, ਤਾਂ ਅਸੀਂ ਸਾਨੂੰ ਵੀ ਮੋਟੀਵੇਟ ਮਿਲੇ। ਔਰ ਅਸੀਂ ਵੀ ਤੁਹਾਡੇ ਲਈ ਮਾਸਟਰ ਕੇਡਰ ਪੋਲੀਟੀਕਲ ਸਾਇੰਸ ਦਾ ਸਾਰਾ ਸਿਲੇਬਸ ਕਵਰ ਕਰ ਦਿੱਤਾ ਜੀ। ਔਰ ਹੁਣ ਅਸੀਂ ਮਾਸਟਰ ਕੇਡਰ ਪੰਜਾਬੀ ਔਰ ਸੋਸ਼ਲ ਸਾਇੰਸ ਦਾ ਹਿਸਟਰੀ ਦਾ ਪੋਰਸ਼ਨ ਹੈਗਾ ਜੀ, ਉਸ ਨੂੰ ਵੀ ਅਸੀਂ ਪੂਰਾ ਕਵਰ ਕਰਾਂਗੇ ਜੀ। ਤਾਂ ਅਗਲੇ ਵੀਡੀਓ ਵਿੱਚ ਫਿਰ ਮਿਲਾਂਗੇ ਜੀ। ਤਾਂ ਤਦ ਤੱਕ ਲਈ ਧੰਨਵਾਦ ਜੀ।